ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਆਪਾਂ 9th ਕਲਾਸ ਦਾ 3rd ਚੈਪਟਰ ਕਰਦੇ ਪਏ ਹਾਂ। ਹੁਣ ਅੱਗੇ ਕਾਰਟੀਜ਼ਨ ਪ੍ਰਣਾਲੀ। ਹੁਣ ਅਸੀਂ ਜਿਹੜਾ ਗਣਿਤ ਹੈ ਉਹਦੇ ਹਿਸਾਬ ਦੇ ਨਾਲ ਪੜ੍ਹਨਾ ਚੀਜ਼ ਨੂੰ ਅਸੀਂ ਸਮਝ ਤਾਂ ਲਿਆ ਵੀ ਬਿੰਦੂ ਨੂੰ ਕਿੱਦਾਂ ਲੱਭ ਸਕਦੇ ਹਾਂ। ਦੋ ਰੇਖਾਵਾਂ ਉਹਨਾਂ ਨੂੰ ਲੰਬ ਖਿੱਚੋ, ਉਹਨਾਂ ਨੂੰ ਆਪਸ 'ਚ ਕੱਟੋ। ਜਿਹੜੇ ਬਿੰਦੂ ਤੋਂ ਕੱਟ ਕੇ ਜਾਂਦੀਆਂ ਨੇ ਉਹ ਬਿੰਦੂ ਹੀ ਉਸ ਚੀਜ਼ ਦਾ ਸਥਿਤੀ ਹੁੰਦੀ ਹੈ। ਇੰਨੀ ਗੱਲ ਕਲੀਅਰ ਹੋਣੀ ਚਾਹੀਦੀ ਹੈ ਤੁਹਾਨੂੰ, ਠੀਕ ਹੈ। ਹੁਣ ਆਪਾਂ ਸੰਖਿਆ ਪ੍ਰਣਾਲੀ ਦੇ ਆਧਾਰ ਦੇ ਨਾਲ ਮੈਥਮੈਟੀਕਲੀ ਟਰਮਸ 'ਚ ਅਸਾਂ ਗੱਲਾਂ ਕਰਨੀਆਂ ਨੇ। ਹੁਣ ਅਸੀਂ ਹਵਾ 'ਚ ਗੱਲਾਂ ਨਹੀਂ ਕਰਨੀਆਂ, ਓਕੇ। ਇੱਥੋਂ ਹੀ ਕਾਰਟੀਜ਼ਨ ਪ੍ਰਣਾਲੀ ਸ਼ੁਰੂ ਹੁੰਦੀ ਹੈ। ਇੱਥੋਂ ਹੀ ਜਿਹੜਾ ਬੱਚਾ ਇਹ ਚੀਜ਼ ਨੂੰ ਸਮਝੂਗਾ ਉਹ +1 ਦੀ 2 ਡਾਇਮੈਂਸ਼ਨਲ ਜਿਓਮੈਟਰੀ ਸਮਝੇਗਾ। 10ਵੀਂ ਕਲਾਸ ਦੀ ਜਿਹੜੀ ਤੁਹਾਨੂੰ ਜਿਓਮੈਟਰੀ ਆਣੀ ਆ ਨਾ, 2 ਡਾਇਮੈਂਸ਼ਨਲ ਜਿਓਮੈਟਰੀ ਆਣੀ ਆ, ਉਹ ਸਮਝेंगे ਤੁਸੀਂ। ਅਤੇ ਜਿਹੜੀ 11ਵੀਂ 12ਵੀਂ 'ਚ 3 ਡਾਇਮੈਂਸ਼ਨਲ ਜਿਓਮੈਟਰੀ ਆਣੀ ਆ, ਤੁਸੀਂ ਉਹ ਜਾ ਕੇ ਸਮਝेंगे, ਓਕੇ। ਇਸ ਕਰਕੇ ਉਹਨੂੰ ਧਿਆਨ ਨਾਲ ਪੜ੍ਹਿਓ। ਬਹੁਤ ਇੰਪੋਰਟੈਂਟ ਚੈਪਟਰ ਹੈ, ਬਹੁਤ ਵਧੀਆ ਚੈਪਟਰ ਨਾਲ ਇਹ। ਕਹਿੰਦਾ ਸੰਖਿਆ ਪ੍ਰਣਾਲੀ ਦੇ ਅਧਿਆਇ ਵਿੱਚ, ਸੰਖਿਆ ਪ੍ਰਣਾਲੀ ਦੇ ਅਧਿਆਇ ਦੀ ਗੱਲ ਕਰਦੇ ਹਾਂ। ਅਧਿਆਇ ਵਿੱਚ ਤੁਸੀਂ ਸੰਖਿਆ ਰੇਖਾ ਬਾਰੇ ਪੜ੍ਹ ਚੁੱਕੇ ਹੋ, ਠੀਕ ਹੈ। ਸੰਖਿਆ ਰੇਖਾ ਦੇ ਇੱਕ ਨਿਸ਼ਚਿਤ ਬਿੰਦੂ ਤੋਂ ਦੂਸਰੀਆਂ ਨੂੰ ਬਰਾਬਰ ਇਕਾਈਆਂ ਵਿੱਚੋਂ ਇੱਕ ਦਿਸ਼ਾ ਵਿੱਚ ਧਨਾਤਮਕ ਅਤੇ ਦੂਸਰੀ ਦਿਸ਼ਾ ਵਿੱਚ ਰਿਣਾਤਮਕ ਅੰਕਿਤ ਕੀਤਾ ਜਾਂਦਾ ਹੈ, ਇਹ ਵੀ ਕਲੀਅਰ ਹੈ। ਉਸ ਬਿੰਦੂ ਤੋਂ ਜਿੱਥੋਂ ਦੂਰੀਆਂ ਅੰਕਿਤ ਕੀਤੀਆਂ ਜਾਂਦੀਆਂ ਉਹਨੂੰ ਮੂਲ ਬਿੰਦੂ ਓਰੀਜਨ ਕਿਹਾ ਜਾਂਦਾ ਹੈ, ਇਹ ਵੀ ਕਲੀਅਰ ਹੈ। ਇੱਕ ਰੇਖਾ 'ਤੇ ਸਮਾਨ ਦੂਰੀਆਂ ਤੇ ਬਿੰਦੂ ਨੂੰ ਅੰਕਿਤ ਕਰਕੇ ਅਸੀਂ ਸੰਖਿਆ ਰੇਖਾ ਦਾ ਪ੍ਰਯੋਗ ਸੰਖਿਆਵਾਂ ਦੇ ਨਿਰੂਪਣ ਦੇ ਲਈ ਕਰ ਸਕਦੇ ਹਾਂ, ਓਕੇ। ਜੇ ਇੱਕ ਇਕਾਈ ਦੂਰੀ ਸੰਖਿਆ ਇੱਕ ਨੂੰ ਨਿਰੂਪਿਤ ਕਰਦੀ ਹੈ, ਇੱਥੇ ਗੱਲ ਕੀ ਸਿੱਖਣ ਵਾਲੀ ਹੈ। ਇੱਕ ਇਕਾਈ ਦੂਰੀ, ਇੱਕ ਇਕਾਈ ਦਾ ਮਤਲਬ ਕੀ ਹੈ ਇੱਥੇ? ਇਹ ਇੱਕ ਇਕਾਈ 1 ਸੈਂਟੀਮੀਟਰ ਹੋ ਸਕਦਾ, 1 ਮਿਲੀਮੀਟਰ ਹੋ ਸਕਦਾ, 1 ਕਿਲੋਮੀਟਰ ਹੋ ਸਕਦਾ। ਪਰ ਅਸੀਂ ਕੀ ਚੱਲਦੇ ਹਾਂ, ਸਾਡੀ ਜਿਹੜੀ ਯੂਨਿਟਸ ਨੇ ਬੇਸਿਕਲੀ ਅਸੀਂ ਸੈਂਟੀਮੀਟਰ ਲੈ ਕੇ ਚੱਲਦੇ ਹਾਂ, ਓਕੇ। ਤਾਂ 3 ਇਕਾਈ ਦੂਰੀ ਸੰਖਿਆ ਨੂੰ 3 ਨੂੰ ਨਿਰੂਪਿਤ ਕਰੇਗੀ ਜਿੱਥੇ ਉਹ ਮੂਲ ਬਿੰਦੂ ਹੈ। ਆਹ ਮੈਂ ਤੁਹਾਡੇ ਕੋਲ ਕੀ ਹੈ, ਉਹ ਇਹ ਕੀ ਹੈ, ਮੂਲ ਬਿੰਦੂ। ਇੱਕ ਕਿਹਨੂੰ ਦਰਸਾਉਂਦੀ ਹੈ ਇੱਥੇ? ਇੱਕ ਇਕਾਈ ਨੂੰ। ਤਾਂ 2 3, ਤਾਂ 3 ਕੀ ਦਰਸਾਉਂਦੀ ਹੈ ਇੱਥੇ ਤੱਕ? 3 ਕੀ ਹੈ? 3 ਇਕਾਈਆਂ। ਤਾਂ ਇੱਕ ਇਕਾਈ ਦੀ ਦੂਰੀ ਕੀ ਹੈ? 2 ਤੋਂ 3 ਦੇ ਵਿੱਚ, 3 ਤੇ 4 ਦੇ ਵਿੱਚ ਵੀ ਇੱਕ ਇਕਾਈ, 4 ਤੇ 5 ਦੇ ਵਿੱਚ ਵੀ ਇੱਕ ਇਕਾਈ। ਪਰ 0 ਤੋਂ 5 ਤੱਕ ਕਿੰਨੀਆਂ ਇਕਾਈਆਂ ਨੇ? 5 ਇਕਾਈਆਂ ਦੀ ਦੂਰੀ ਹੈ, ਓਕੇ। ਮੂਲ ਬਿੰਦੂ ਤੋਂ ਧਨਾਤਮਕ ਦਿਸ਼ਾ ਮਤਲਬ ਪੋਜ਼ੀਟਿਵ ਡਾਇਰੈਕਸ਼ਨ ਦੇ ਵਿੱਚ ਜਾਣਾ, ਸੱਜੇ ਪਾਸੇ ਧਨਾਤਮਕ, ਖੱਬੇ ਪਾਸੇ ਰਿਣਾਤਮਕ, ਠੀਕ ਹੈ ਜੀ। ਰਿਣਾਤਮਕ ਦਿਸ਼ਾ ਵਿੱਚ ਦੂਰੀ ਤੇ ਆਰ ਤੇ ਸਥਿਤ ਬਿੰਦੂਆਂ ਸੰਖਿਆ ਨੂੰ ਆਰ ਨਿਰੂਪਿਤ ਕਰਦੀ ਹੈ। ਸੰਖਿਆ ਰੇਖਾ ਤੇ ਵੱਖ ਸੰਖਿਆਵਾਂ ਦੇ ਸਥਾਨ ਤੇ ਚਿੱਤਰ 3.5 ਵਿੱਚ ਦਰਸਾਏ ਗਏ, ਠੀਕ ਹੈ ਜੀ, ਦਰਸਾਏ ਗਏ ਹਨ। ਹੁਣ ਕਹਿੰਦਾ ਦਕਾਰਤਨ ਨੇ ਇੱਕ ਸਮਤਲ ਤੇ ਇੱਕ ਦੂਸਰੇ ਤੇ ਲੰਬ 2 ਰੇਖਾਵਾਂ ਖਿੱਚਣ ਅਤੇ ਇਹਨਾਂ ਰੇਖਾਵਾਂ ਦੇ ਸੰਦਰਭ ਸਮਤਲ ਤੇ ਬਿੰਦੂਆਂ ਦਾ ਸਥਾਨ ਨਿਰਧਾਰਨ ਕਰਨ ਦਾ ਵਿਚਾਰ ਪੇਸ਼ ਕੀਤਾ। ਉਹਨੇ ਕੀ ਕਹਿੰਦਾ, 2 ਰੇਖਾਵਾਂ ਲੈ ਲਓ, ਉਹਨਾਂ ਨੂੰ ਇਸ ਤਰੀਕੇ ਨਾਲ ਸਮਤਲ 'ਤੇ ਖਿੱਚ ਕੇ ਉਹਨਾਂ ਨੂੰ ਆਪਸ 'ਚ ਕੱਟ ਲਓ, ਇੱਦਾਂ, ਠੀਕ ਹੈ ਜੀ। ਲੰਬ ਰੇਖਾਵਾਂ ਕਿਸੇ ਵੀ ਦਿਸ਼ਾ ਵਿੱਚ ਹੋ ਸਕਦੀਆਂ ਹਨ, ਜਿਵੇਂ 3.76 ਦਿਖਾਇਆ ਗਿਆ ਹੈ। ਕਹਿੰਦਾ ਇਹ ਲੰਬ ਰੇਖਾਵਾਂ ਨੇ, ਇਹ ਕਿਸੇ ਵੀ ਦਿਸ਼ਾ ਵਿੱਚ ਹੋ ਸਕਦੀਆਂ ਨੇ, ਓਕੇ। ਇੱਦਾਂ ਪਹਿਲਾਂ ਤਾਂ ਲੰਬ ਰੇਖਾਵਾਂ ਹੀ ਖਿੱਚਣੀਆਂ ਨੇ, ਓਕੇ, ਕਲੀਅਰ ਹੈ ਤੱਕ। ਪਰ ਜਦ ਅਸੀਂ ਇਸ ਅਧਿਆਇ ਵਿੱਚ ਇੱਕ ਤਲ 'ਤੇ ਸਥਿਤ ਇੱਕ ਬਿੰਦੂ ਦਾ ਸਥਾਨ ਨਿਰਧਾਰਿਤ ਕਰਨ ਤੇ ਲਈ 2 ਰੇਖਾਵਾਂ ਲਵਾਂਗੇ ਤਾਂ ਇੱਕ ਰੇਖਾ ਲੇਟਵੀਂ ਹੋਵੇਗੀ ਤੇ ਦੂਜੀ ਖੜਵੀਂ, ਠੀਕ ਹੈ। ਆਹ ਰੇਖਾ ਸਾਡੇ ਕੋਲ ਕੀ ਹੈ? ਲੇਟਵੀਂ। ਇਹ ਸਾਡੇ ਕੋਲ ਕੀ ਹੈ? ਹੌਰੀਜ਼ੌਂਟਲ, ਠੀਕ ਹੈ। ਹੌਰੀਜ਼ੌਂਟਲ ਨੂੰ ਇੱਦਾਂ ਯਾਦ ਰੱਖ ਲਓ, ਐਚ ਤੋਂ ਹੌਰੀਜ਼ੌਂਟਲ, ਵੀ ਤੋਂ ਵਰਟੀਕਲ। ਵਰਟੀਕਲ ਜਿਹੜੀ ਹੋਏਗੀ, ਵੀ ਤੋਂ ਵਰਟੀਕਲ ਇੱਦਾਂ ਲਾਈਨ ਖਿੱਚ ਲਓ। ਵਰਟੀਕਲ ਜਿਹੜੀ ਕੀ ਹੋਏਗੀ? ਖੜਵੀਂ, ਤੇ ਲੇਟਵੀਂ ਹੋਏਗੀ ਹੌਰੀਜ਼ੌਂਟਲ। ਐਚ ਦੇ ਵਿੱਚੋਂ ਇੱਦਾਂ ਐਚ 'ਚੋਂ ਲਾਈਨ ਕੱਟ ਕੇ ਜਾਂਦੀ ਹੈ ਨਾ, ਇਹ ਹੌਰੀਜ਼ੌਂਟਲ ਤੇ ਇਹ ਕੀ ਆ? ਲੇਟਵੀਂ। ਇੱਕ ਲੇਟਵੀਂ ਰੇਖਾ ਹੋਏਗੀ, ਇੱਕ ਕੀ ਆਹ ਲੇਟਵੀਂ ਰੇਖਾ ਹੋਗੀ ਤੁਹਾਡੇ ਕੋਲ, ਅਤੇ ਆਹ ਤੁਹਾਡੇ ਕੋਲ ਕੀ ਹੋਗੀ? ਖੜਵੀਂ। ਇਹ ਕੀ ਹੋਗੀ? ਲੇਟਵੀਂ, ਕਲੀਅਰ ਹੈ। ਬੈੱਡ 'ਤੇ ਤੁਸੀਂ ਇੱਦਾਂ ਲੇਟ ਜਾਂਦੇ ਹੋ, ਅਤੇ ਬੈੱਡ 'ਤੇ ਤੁਸੀਂ ਇੱਦਾਂ ਖੜ੍ਹੇ ਹੋ ਜਾਂਦੇ ਹੋ, ਅਤੇ ਬੈੱਡ 'ਤੇ ਤੁਸੀਂ ਇੱਦਾਂ ਲੇਟ ਜਾਂਦੇ ਹੋ, ਕਲੀਅਰ ਹੈ। ਆਹ ਲੇਟਵੀਂ, ਆਹ ਖੜਵੀਂ, ਇੱਦਾਂ ਵੀ ਸਮਝ ਸਕਦੇ ਹੋ। ਅਸਲ ਵਿੱਚ ਇਹ ਰੇਖਾਵਾਂ ਇਸ ਤਰ੍ਹਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। 2 ਸੰਖਿਆ ਰੇਖਾਵਾਂ ਲਓ ਅਤੇ x ਅਤੇ y ਦਾ ਨਾਮ ਦਿਓ। ਇਹ ਸਟੈਂਡਰਡ ਨੇ, ਠੀਕ ਹੈ ਜੀ। ਅਸੀਂ ਸੱਜੇ ਪਾਸੇ x ਰੱਖਦੇ ਹਾਂ ਅਤੇ ਖੱਬੇ ਪਾਸੇ x ਡੈਸ਼ ਰੱਖਦੇ ਹਾਂ। ਇੱਦਾਂ ਹੀ ਦੂਜੀ ਰੇਖਾ ਨੂੰ ਕੀ ਲੈਂਦੇ ਹਾਂ? ਇੱਥੇ ਅਸੀਂ ਇਹਨੂੰ ਉੱਪਰ y ਲੈਂਦੇ ਹਾਂ ਅਤੇ ਥੱਲੇ y ਡੈਸ਼ ਲੈਂਦੇ ਹਾਂ। ਇਹ ਹਮੇਸ਼ਾ ਸਟੈਂਡਰਡ ਇੱਦਾਂ ਹੀ ਚੱਲੂਗਾ, ਠੀਕ ਹੈ, ਸਟੈਂਡਰਡ ਹੈ ਇਹ। ਜਿਵੇਂ ਕਿ ਚਿੱਤਰ 3.7 ਵਿੱਚ ਦਿਖਾਇਆ ਗਿਆ ਅਤੇ ਇਸ ਦੇ ਠੀਕ ਉਸੇ ਤਰ੍ਹਾਂ ਸੰਖਿਆਵਾਂ ਲਓ ਜਿਸ ਤਰ੍ਹਾਂ ਸੰਖਿਆ ਰੇਖਾ 'ਤੇ ਲਿਖੀਆਂ ਗਈਆਂ ਨੇ। ਇੱਦਾਂ ਹੀ ਕਰੋ ਹੁਣ, ਅਤੇ ਸੰਖਿਆਵਾਂ ਲੈ ਲਓ 1 2 3 4 5, ਇੱਧਰ -1 -2 -3 -4, ਇੱਧਰ 1 2 3 4, ਇੱਦਾਂ -1 -2 -3 -4। ਜਾਂ ਪਹਿਲਾਂ ਰੇਖਾਵਾਂ ਅਲੱਗ-ਅਲੱਗ ਬਣਾ ਲਓ, ਇੱਕ ਲੇਟਵੀਂ ਰੇਖਾ ਅਤੇ ਇੱਕ ਖੜਵੀਂ ਰੇਖਾ। ਇਹਨਾਂ ਦੇ ਬਿੰਦੂ ਅੰਕਿਤ ਕਰ ਲਓ, ਬਿੰਦੂਆਂ 'ਤੇ ਮਤਲਬ ਸੰਖਿਆਵਾਂ ਅੰਕਿਤ ਕਰ ਲਓ, ਠੀਕ ਹੈ। ਆਹ ਮੂਲ ਬਿੰਦੂ ਆ, 0 ਕੀ ਆ? ਮੂਲ ਬਿੰਦੂ। ਦੋਨਾਂ ਨੂੰ ਬਾਅਦ ਜੁਆਇਨ ਕਰ ਦੇਣਾ ਹੈ। ਦੋਨਾਂ ਰੇਖਾਵਾਂ ਨੂੰ ਇਸ ਤਰ੍ਹਾਂ ਮਿਲਾਓ ਕਿ ਦੋਨੋਂ ਰੇਖਾਵਾਂ ਇੱਕ ਦੂਸਰੇ ਨੂੰ ਮੂਲ ਬਿੰਦੂ 'ਤੇ ਕੱਟਦੀਆਂ ਹੋਣ, ਠੀਕ ਹੈ। ਹੁਣ ਇਹਨੂੰ ਚੱਕ ਕੇ ਇਹਦੇ ਉੱਪਰ ਰੱਖ ਦਿਓ। ਜਦੋਂ ਉੱਪਰ ਰੱਖेंगे ਉਹ ਤਾਂ ਮੂਲ ਬਿੰਦੂ 'ਤੇ ਕੱਟਦੀ ਹੋਏਗੀ। ਲੇਟਵੀਂ ਰੇਖਾ x' ਨੂੰ x ਧੁਰਾ ਕਿਹਾ ਜਾਂਦਾ ਹੈ। ਹੁਣ ਗੱਲ ਯਾਦ ਰੱਖ ਲਓ, ਜਿਹੜੀ ਹੁਣ ਲੇਟਵੀਂ ਰੇਖਾ ਹੈ ਨਾ, ਕਿਹੜੀ? x', ਇਹਦਾ ਨਾਮ ਕੀ ਰੱਖਣਾ ਅੱਜ ਤੋਂ ਬਾਅਦ? x ਧੁਰਾ, ਠੀਕ ਹੈ, ਕਲੀਅਰ ਜੀ। ਇਹਦਾ ਨਾਮ ਕੀ ਹੈ? x ਐਕਸਿਸ। ਧੁਰਾ, ਜੇ ਕੋਈ ਤੁਹਾਡੇ ਪੁੱਛੇ ਧੁਰਾ ਕੀ ਹੁੰਦਾ? ਧੁਰਾ ਇੱਕ ਰੇਖਾ ਹੁੰਦੀ ਹੈ, ਜਿਵੇਂ ਪਹੀਏ ਹੁੰਦੇ ਨੇ ਸਾਡੇ ਚੱਕੇ ਇੱਦਾਂ ਘੁੰਮਦੇ, ਗੱਡੀ ਜਾਂ ਸਕੂਟਰ ਦੇ ਇੱਦਾਂ, ਕਾਰ ਦੇ ਨਾ, ਕਾਰ ਦੇ ਜਿਹੜੇ ਇੱਦਾਂ ਘੁੰਮਦੇ ਨੇ। ਆਹ ਜਿਹੜੀ ਅਸੀਂ ਇਹਨੂੰ ਕਹਿੰਦੇ ਹਾਂ ਧੁਰੇ 'ਤੇ ਘੁੰਮਦੇ ਆ। ਜਿਹੜਾ ਲਾਟੂ ਹੈ, ਇੱਦਾਂ ਲਾਟੂ ਵੀ ਘੁੰਮਦਾ ਤੁਹਾਡੇ ਕੋਲ, ਇੱਦਾਂ ਲਾਟੂ ਹੈ ਨਾ, ਘੁੰਮਦਾ ਹੈ, ਉਹ ਵੀ ਇੱਕ ਧੁਰੇ 'ਤੇ ਘੁੰਮਦਾ ਹੈ,
ਠੀਕ ਹੈ ਜੀ। ਆ ਜਿਹੜੀ ਰੇਖਾ ਵਿੱਚੋਂ ਬਿਲਕੁਲ ਵਿੱਚੋਂ ਕੱਟ ਕੇ ਜਾਂਦੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਧੁਰਾ ਬੋਲਦੇ ਹਾਂ। ਧਰਤੀ ਦੇ ਵਿੱਚੋਂ ਵੀ ਇਹਦੇ ਇੱਕ ਰੇਖਾ ਕੱਟ ਕੇ ਜਾਂਦੀ ਹੈ, ਉਹ ਕੀ ਹੈ? ਧਰਤੀ ਦਾ ਧੁਰਾ ਹੈ। ਹਰੇਕ ਚੀਜ਼ ਆਪਣੇ ਧੁਰੇ 'ਤੇ ਘੁੰਮਦੀ ਆ, ਇਸ ਕਰਕੇ ਇਹਨੂੰ ਐਕਸਿਸ ਕਹਤਾ। ਠੀਕ ਹੈ, ਇਹ ਐਕਸ ਰੇਖਾ ਹੋ ਗਈ। ਇੱਦਾਂ ਹੀ ਇਹਦਾ ਕੀ ਨਾਮ ਰੱਖ ਦੇਣਾ ਹੁਣ? ਐਕਸ ਡੈਸ਼ ਐਕਸ ਅਤੇ ਵਾਈ ਡੈਸ਼ ਵਾਈ ਨੂੰ ਇੱਕ ਦੂਸਰੇ ਕੱਟਦੀਆਂ ਹਨ। ਮੂਲ ਬਿੰਦੂ ਓਰੀਜਨ ਕਹਾਉਂਦਾ ਹੈ, ਜਿੱਥੇ ਕੱਟਦੀਆਂ ਨੇ ਉਹ ਕੀ ਕਹਿੰਦਾ ਹੈ? ਮੂਲ ਬਿੰਦੂ ਓਰੀਜਨ, ਜਿਹਨੂੰ ਓ ਨਾਲ ਪ੍ਰਗਟ ਕੀਤਾ ਜਾਂਦਾ ਹੈ, ਪਰ ਇਹਦੇ ਪੁਆਇੰਟਸ ਕੀ ਨੇ? ਓ ਕੋਮਾ ਓ ਹੋਣਗੇ। ਠੀਕ ਹੈ ਜੀ, ਕਲੀਅਰ ਹੋ ਗਈ। ਐਕਸ ਡੈਸ਼ ਐਕਸ ਨੂੰ ਐਕਸ ਧੁਰਾ ਅਤੇ ਖੜਵੀ ਰੇਖਾ ਵਾਈ ਡੈਸ਼ ਵਾਈ ਨੂੰ ਵਾਈ ਧੁਰਾ ਕਿਹਾ ਜਾਂਦਾ ਹੈ। ਕਲੀਅਰ ਹੋ ਗਈ ਚੀਜ਼ਾਂ, ਇਹ ਦੋਨੋਂ ਕਲੀਅਰ ਹੋ ਗਏ ਤੁਹਾਡੇ ਕੋਲ? ਓਕੇ, ਹੁਣ ਕੀ ਸਮਝਣ ਵਾਲੀ ਗੱਲ ਹੋ ਗਈ? ਆਹ ਤੁਹਾਡੇ ਕੋਲ ਕੀ ਹੋ ਗਿਆ? ਐਕਸ ਡੈਸ਼ ਐਕਸ ਅਤੇ ਵਾਈ ਡੈਸ਼ ਵਾਈ, ਇਹ ਤੁਹਾਡੇ ਕੋਲ ਕੀ ਹੋ ਗਿਆ? ਐਕਸ ਐਕਸਿਸ ਜਾਂ ਐਕਸ ਧੁਰਾ। ਆਹ ਤੁਹਾਡੇ ਕੋਲ ਕੀ ਹੋ ਗਈ? ਵਾਈ ਐਕਸਿਸ ਜਾਂ ਕੀ ਹੋ ਗਿਆ? ਵਾਈ ਧੁਰਾ। ਕਲੀਅਰ ਹੈ ਨਹੀਂ ਗੱਲ? ਉਸ ਤੋਂ ਬਾਅਦ ਅੰਕ ਅਸੀਂ ਇਹਨਾਂ ਦੇ ਕੀ ਕੀਤੇ? ਸੰਖਿਆਵਾਂ ਕੀ ਕੀਤੀਆਂ ਨੇ? ਲਿਖਤੀਆਂ ਨੇ। ਇੱਧਰ ਕੀ ਹੈ? ਧਨਾਤਮਕ, ਇਹ ਕੀ ਹੈ? ਧਨਾਤਮਕ। ਆਹ ਕੀ ਹੈ? ਰਿਣਾਤਮਕ। ਉੱਪਰ ਵੀ ਕੀ ਹੈ? ਧਨਾਤਮਕ, ਅਤੇ ਥੱਲੇ ਵਾਲਾ ਵੀ ਕੀ ਹੈ? ਰਿਣਾਤਮਕ। ਆਹ ਤੁਹਾਡੇ ਕੋਲ ਕੀ ਆ? ਮੂਲ ਬਿੰਦੂ। ਇੰਨੀ ਗੱਲ ਸਮਝਣੀ ਚਾਹੀਦੀ ਹੈ। ਓਕੇ, ਹੁਣ ਸੰਖਿਆਵਾਂ ਓ ਐਕਸ ਐਂਡ ਓ ਵਾਈ ਦਿਸ਼ਾਵਾਂ ਵਿੱਚ ਸਥਿਤ ਹਨ, ਇਸ ਲਈ ਓ ਐਕਸ ਅਤੇ ਓ ਵਾਈ ਨੂੰ ਕ੍ਰਮਵਾਰ ਨੂੰ ਐਕਸ ਧੁਰੇ ਅਤੇ ਵਾਈ ਧੁਰੇ ਦੀ ਧਨਾਤਮਕ ਦਿਸ਼ਾਵਾਂ ਵੀ ਕਿਹਾ ਜਾਂਦਾ ਹੈ। ਤਾਂ ਇਹਦੇ 'ਚ ਧਿਆਨ ਨਾਲ ਦੇਖਣ ਵਾਲੀ ਚੀਜ਼ ਕੀ ਹੈਗੀ ਆ? ਦੇਖੋ, ਜਿਹੜੀ ਆਹ ਵਾਲੀ ਰੇਖਾ ਹੈ, ਇਹਦੇ ਵਿੱਚ ਕੀ ਹੈ? ਇਹ ਰੇਖਾ ਹੈ, ਇੱਥੋਂ ਜੀ ਕੀ ਮੰਨਦਾ ਮੈਂ? ਓ ਐਕਸ, ਇੱਥੋਂ ਜੀ ਕੀ ਮੰਨਦਾ ਮੈਂ? ਓ ਵਾਈ। ਤਾਂ ਇਹਦੇ 'ਚ 1 2 3 4 5 6 ਸਾਰੇ ਪੋਜ਼ੀਟਿਵ ਵਾਲੇ ਨੇ, ਧਨਾਤਮਕ ਨੇ। 1 2 3 4 5 ਇਹ ਵੀ ਸਾਰੇ ਕੀ ਨੇ? ਧਨਾਤਮਕ ਨੇ। ਠੀਕ ਹੈ, ਇਸ ਕਰਕੇ ਓ ਐਕਸ ਅਤੇ ਓ ਵਾਈ ਨੂੰ ਕੀ ਆਖਿਆ ਜਾਂਦਾ ਹੈ? ਧਨਾਤਮਕ। ਠੀਕ ਹੈ, ਹੁਣ ਇਹਦੇ 'ਚ ਕੀ ਸਮਝਣ ਵਾਲੀ ਗੱਲ ਹੈ ਕਿ ਓ ਐਕਸ ਅਤੇ ਓ ਵਾਈ ਨੂੰ ਕ੍ਰਮਵਾਰ ਧੁਰੇ ਨੂੰ ਐਕਸ ਧੁਰੇ ਅਤੇ ਵਾਈ ਧੁਰੇ ਦੀਆਂ ਧਨਾਤਮਕ ਦਿਸ਼ਾਵਾਂ ਕਿਹਾ ਜਾਂਦਾ ਹੈ। ਠੀਕ ਹੈ, ਇਹ ਧਨਾਤਮਕ ਗਈਆਂ। ਅਤੇ ਓ ਐਕਸ ਡੈਸ਼ ਅਤੇ ਓ ਵਾਈ ਡੈਸ਼ ਨੂੰ ਧੁਰੇ ਅਤੇ ਵਾਈ ਧੁਰੇ ਦੀਆਂ ਕ੍ਰਮਵਾਰ ਰਿਣਾਤਮਕ ਦਿਸ਼ਾਵਾਂ ਕਿਹਾ ਜਾਂਦਾ ਹੈ। ਹੁਣ ਓ ਤੋਂ ਜੇ ਮੈਂ ਓ ਐਕਸ ਡੈਸ਼ ਚੱਲਦਾ ਹੈ ਤਾਂ ਕਿੱਧਰ ਜਾ ਰਿਹਾ ਮੈਂ? -1 -2 -3 -4 -5 -6, ਇੱਧਰ ਚੱਲਦਾ ਪਿਆ -1 -2 -3 -4 -5। ਇਹ ਵੀ ਕੀ ਨੇ? ਰਿਣਾਤਮਕ। ਠੀਕ ਹੈ ਜੀ, ਇਹ ਕੀ ਨੇ? ਦੇਖੋ, ਇਹ ਧਨਾਤਮਕ ਅਤੇ ਰਿਣਾਤਮਕ ਸ਼ਬਦ ਪਤਾ ਕਿੱਥੋਂ ਆਇਆ? ਪਹਿਲਾਂ ਧਨ ਦੀ ਵੈਲਿਊ ਹੁੰਦੀ ਸੀ, ਧਨ ਮਤਲਬ ਪੈਸਾ। ਜਿਹਦੇ ਕੋਲ ਪੈਸਾ ਹੈ ਉਹ ਕੀ ਹੁੰਦਾ ਸੀ? ਪੋਜ਼ੀਟਿਵ। ਜਿਹਦੇ ਕੋਲ ਧਨ ਨਹੀਂ ਹੈ, ਜਿਹੜਾ ਰਿਣੀ ਆ ਹੈ ਨਾ, ਮਤਲਬ ਜਿਹੜਾ ਕਰਜ਼ਦਾਰ ਹੈ, ਉਹ ਕੀ ਹੈ? ਘਾਟੇ 'ਚ ਹੈ। ਘਾਟਾ ਕੀ ਦਰਸਾਉਂਦਾ? ਨੈਗੇਟਿਵ। ਓਕੇ, ਇਸ ਤਰੀਕੇ ਨਾਲ ਸ਼ਬਦ ਦੀ ਜਿਹੜੀ ਹੋਂਦ ਹੈ ਇਸ ਤਰੀਕੇ ਨਾਲ ਹੈਗੀ ਇਹਦੀ। ਇੱਥੇ ਤੁਸੀਂ ਦੇਖਦੇ ਹੋ ਕਿ ਦੋਨੋਂ ਧੁਰੇ ਸਮਤਲ ਨੂੰ 4 ਭਾਗਾਂ ਵਿੱਚ ਵੰਡਦੇ ਨੇ। ਠੀਕ ਹੈ, 4 ਭਾਗਾਂ 'ਚ ਵੰਡਤਾ ਨਾ। ਮੰਨ ਲਓ ਇੱਥੇ ਆ ਸਮਤਲ ਹੁੰਦਾ ਮੇਰੇ ਕੋਲ ਇੱਦਾਂ, ਆ ਇੱਕ ਸਮਤਲ ਸੀ, 4 ਭਾਗਾਂ 'ਚ ਵੰਡਤਾ। ਤਾਂ ਭਾਗ ਪਹਿਲਾ, ਭਾਗ ਦੂਜਾ, ਭਾਗ ਤੀਜਾ ਅਤੇ ਭਾਗ ਚੌਥਾ, ਅਤੇ 4 ਹਿੱਸਿਆਂ 'ਚ ਵੰਡਿਆ। ਤਾਂ ਫਿਰ 1 ਚੌਥਾਈ, ਇਹ ਦੂਜੀ ਚੌਥਾਈ, ਇਹ ਤੀਜੀ ਚੌਥਾਈ, ਇਹ ਚੌਥੀ ਚੌਥਾਈ। ਮਤਲਬ ਮੇਰੇ ਕੋਲ ਇੱਕ ਪੀਜ਼ਾ ਸੀਗਾ, ਮੈਂ ਤੁਹਾਨੂੰ ਕਿੰਨੀ ਵਾਰ ਸਮਝਾਇਆ ਨਾ, 4 ਹਿੱਸਿਆਂ 'ਚ ਵੰਡਤਾ। ਤਾਂ ਇਹ ਵੀ 1/4, ਇਹ ਵੀ 1/4, ਇਹ ਵੀ 1/4 ਅਤੇ ਇਹ ਵੀ 1/4। 1/4 ਦਾ ਮਤਲਬ ਕੀ ਹੈ? 1 ਚੌਥਾਈ। ਇੰਨਾ ਹਿੱਸਾ ਕੀ ਆ? ਆਹ ਇੰਨਾ ਹਿੱਸਾ ਕੀ ਆ? 1 ਚੌਥਾਈ। ਆਹ ਕਿੰਨਾ ਹੈ? ਦੂਜੀ ਚੌਥਾਈ। ਆਹ ਕਿੰਨਾ ਹੈ? ਤੀਜੀ। ਅਤੇ ਆਹ ਕਿੰਨਾ? ਚੌਥੀ ਚੌਥਾਈ। ਠੀਕ ਹੈ, ਇਹਦੇ ਵਿੱਚ ਵੀ ਦੇਖੋ ਬਹੁਤ ਪ੍ਰੋਪਰਟੀਆਂ ਬਣਨਗੀਆਂ। ਠੀਕ ਹੈ ਜੀ, ਬਹੁਤ ਪ੍ਰੋਪਰਟੀਆਂ ਬਣਨੀਆਂ ਨੇ, ਤੁਸੀਂ ਸਾਰੀਆਂ ਹੀ ਸਿੱਖਣੀਆਂ ਨੇ, ਪੜ੍ਹਨੀਆਂ ਨੇ। ਤਾਂ ਜੇ ਤੁਹਾਨੂੰ ਕੋਈ ਪੁੱਛੇ ਤਾਂ ਆਹ ਜਿਹੜੀ 1 ਚੌਥਾਈ ਹੈ, ਇਹਦੇ ਵਿੱਚ ਦੋਨੋਂ ਪੋਜ਼ੀਟਿਵ ਹੁੰਦੇ ਨੇ। ਐਕਸ ਵਾਲਾ ਵੀ ਪੋਜ਼ੀਟਿਵ ਹੁੰਦਾ ਹੈ ਅਤੇ ਵਾਈ ਵਾਲਾ ਵੀ ਪੋਜ਼ੀਟਿਵ ਹੁੰਦਾ ਹੈ। ਪਰ ਦੂਜੀ, ਜੇ ਤੁਹਾਨੂੰ ਕੋਈ ਪੁੱਛੇ ਦੂਜੀ ਜਿਹੜੀ ਚੌਥਾਈ ਹੈ ਉਹਦੇ ਵਿੱਚ ਕੀ ਆ? ਉਹਦੇ ਵਿੱਚ ਐਕਸ ਨੈਗੇਟਿਵ ਹੈ ਅਤੇ ਵਾਈ ਪੋਜ਼ੀਟਿਵ ਹੈ। ਦੇਖੋ, ਐਕਸ ਨੈਗੇਟਿਵ ਹੈ, ਵਾਈ ਪੋਜ਼ੀਟਿਵ ਹੈ। ਤੀਜੀ ਦੇ ਵਿੱਚ ਕੀ ਆ? ਐਕਸ ਵੀ ਨੈਗੇਟਿਵ ਹੈ ਅਤੇ ਵਾਈ ਵੀ ਨੈਗੇਟਿਵ ਹੈ। ਅਤੇ ਚੌਥੀ ਦੇ ਵਿੱਚ ਕੀ ਆ? ਐਕਸ ਤਾਂ ਪੋਜ਼ੀਟਿਵ ਹੈ ਬਟ ਵਾਈ ਨੈਗੇਟਿਵ ਹੈ। ਕਲੀਅਰ ਹੈ? ਇਹ ਚੀਜ਼ਾਂ ਵੀ ਤੁਹਾਨੂੰ ਸਮਝ ਆਉਣੀਆਂ ਚਾਹੀਦੀਆਂ ਨੇ। ਇੱਥੇ ਕਲੀਅਰ ਹੋ ਗਈ ਸਾਰੀ ਗੱਲਾਂ? ਕਹਿੰਦਾ ਇੱਥੇ ਤੁਸੀਂ ਇਹ ਦੇਖਦੇ ਹੋ ਕਿ ਦੋਨੋਂ ਧੁਰੇ ਸਮਤਲ ਨੂੰ 4 ਭਾਗਾਂ 'ਚ ਵੰਡਦੇ ਹਨ। ਇਹਨਾਂ ਨੂੰ 4 ਭਾਗਾਂ ਨੂੰ ਚੌਥਾਈਆਂ, ਕੁਆਡਰੈਂਟਸ ਕਿਹਾ ਜਾਂਦਾ ਹੈ। 1 ਚੌਥਾਈ ਕਿਹਾ ਜਾਂਦਾ ਹੈ। ਉਹ ਐਕਸ ਤੋਂ ਘੜੀ ਦੀ ਦਿਸ਼ਾ ਅਤੇ ਉਲਟ ਇਹਨਾਂ ਨੂੰ 1 1 2 3 4 ਚੌਥਾਈ ਕਿਹਾ ਜਾਂਦਾ ਹੈ। ਘੜੀ ਦੀ ਉਲਟ ਦਿਸ਼ਾ, ਘੜੀ ਤੁਹਾਡੀ ਕਿੱਦਾਂ ਚੱਲਦੀ ਹੈ? ਤੁਸੀਂ ਦੇਖਿਆ ਨਾ, ਘੜੀ ਇੱਦਾਂ ਚੱਲਦੀ ਹੈ, ਇੱਦਾਂ ਇੱਧਰ ਨੂੰ। ਪਰ ਆਪਾਂ ਘੜੀ ਤੋਂ ਉਲਟੀ ਦਿਸ਼ਾ ਜਾਣਾ, ਇਹਨੂੰ ਕੀ ਕਹਿੰਦੇ ਆ? ਬੋਲਦੇ ਹਾਂ ਅਸੀਂ ਐਂਟੀ ਕਲੋਕ ਵਾਈਜ਼। ਘੜੀ ਦੀ ਉਲਟੀ ਦਿਸ਼ਾ ਅਤੇ ਸਿੱਧੀ ਕਲੋਕ ਵਾਈਜ਼। ਹੁਣ ਅਸੀਂ ਐਂਟੀ ਕਲੋਕ ਵਾਈਜ਼ ਚੱਲਦੇ ਹਾਂ। ਇਹਦੇ ਵਿੱਚ ਪਹਿਲੀ ਚੌਥਾਈ, ਦੂਜੀ ਚੌਥਾਈ, ਤੀਜੀ ਚੌਥਾਈ ਅਤੇ ਚੌਥੀ ਚੌਥਾਈ, ਫਿਰ ਪਹਿਲੀ ਚੌਥਾਈ। ਐਂਟੀ ਕਲੋਕ ਵਾਈਜ਼ ਚੱਲਣਾ। ਓਕੇ, ਇਹ ਚੀਜ਼ ਨੂੰ ਯਾਦ ਰੱਖਣਾ ਤੁਸੀਂ। ਠੀਕ ਹੈ, ਇਹ ਜੇ ਚੀਜ਼ ਨੂੰ ਸਿੱਖਿਆ ਨਾ, ਤੁਹਾਨੂੰ ਜਿਓਗ੍ਰਾਫੀ ਤਾਂ ਆਰਾਮ ਨਾਲ ਸਮਝ ਆ ਜਾਣੀ ਸਾਰੀ ਦੀ ਸਾਰੀ। ਭੂਗੋਲ ਮੈਂ ਤੁਹਾਨੂੰ ਕਰਾਊਂਗਾ, ਭੂਗੋਲ ਤੁਹਾਨੂੰ ਆਰਾਮ ਨਾਲ ਪੱਲੇ ਪੈ ਜਾਣਾ। ਥੋੜੀ ਇੰਜੀਨੀਅਰਿੰਗ ਕਲੀਅਰ ਹੋ ਜਾਣੀ ਆ, ਸਿਵਲ ਡਿਪਲੋਮਾ ਵਾਲੇ, ETT ਦੇ ਐਗਜ਼ਾਮ ਦੇਣ ਵਾਲੇ ਜਿੰਨੇ ਵੀ ਹੈਗੇ ਨੇ, ਉਹ ਸਾਰਿਆਂ ਨੂੰ ਬਹੁਤ ਫਾਇਦਾ ਹੋ ਜਾਣਾ ਇਹਦੇ ਨਾਲ। ਓਕੇ, ਇਸ ਤਰ੍ਹਾਂ ਇਸ ਸਮਤਲ ਦੇ ਦੋਨੋਂ ਧੁਰੇ ਅਤੇ 4 ਚੌਥਾਈਆਂ ਵਿੱਚੋਂ ਚੌਥਾਈਆਂ ਇੱਕੋ ਤਲ 'ਚ ਹਨ, ਪਰ ਇੱਕ ਤਲ ਇੱਕੋ ਹੀ ਹੈ।
ਠੀਕ ਹੈ। ਹੁਣ ਤਲ ਦਾ ਮਤਲਬ ਸਮਝ ਆ ਗਿਆ ਇੱਥੇ, ਤਲ ਦਾ ਮਤਲਬ ਪਲੇਨ ਹੈ, ਤਾਂ ਸਮਤਲ ਦਾ ਮਤਲਬ ਕੀ ਸੀਗਾ, ਜਿਹਦੇ ਵਿੱਚ ਇੱਥੇ 90 ਡਿਗਰੀ ਦਾ ਕੋਣ ਬਣਦਾ ਪਿਆ, ਇਸ ਕਰਕੇ ਸਮ ਆਪਾਂ ਬਣਾਇਆ ਹੋਇਆ ਸੀਗਾ। ਅਸੀਂ ਇਸ ਤਲ ਨੂੰ ਕਾਰਟੀਜ਼ੀਅਨ ਤਲ ਪਲੇਨ ਜਾਂ ਨਿਰਦੇਸ਼ ਅੰਕ ਸਮਤਲ ਕੋਆਰਡੀਨੇਟ ਪਲੇਨ ਜਾਂ ਐਕਸ ਵਾਈ ਸਮਤਲ ਪਲੇਨ ਕਹਿੰਦੇ ਹਾਂ, ਜਾਂ ਧੁਰੀਆਂ ਨੂੰ ਨਿਰਦੇਸ਼ ਅੰਕ ਧੁਰੇ ਕੋਆਰਡੀਨੇਟ ਐਕਸਿਸ ਕਿਹਾ ਜਾਂਦਾ ਹੈ। ਹੁਣ ਕੀ ਹੈ, ਜਿਹੜਾ ਤਲ ਹੈ ਜਿਹਦੇ ਵਿੱਚ ਆ ਸਾਰੀ ਚੀਜ਼ਾਂ ਸੰਖਿਆਵਾਂ ਬਣਾਈਆਂ ਹੋਣਗੀਆਂ, ਕੀ ਨਾਮ ਹੈ, ਕਾਰਟੀਜ਼ੀਅਨ ਪਲੇਨ ਬੋਲੋ। ਜੇ ਤੁਹਾਨੂੰ ਕਦੇ ਕੋਈ ਬੋਲੇ ਕਾਰਟੀਜ਼ੀਅਨ ਪਲੇਨ ਕੀ ਆ, ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹਦੀ ਇਮੇਜ ਆਣੀ ਚਾਹੀਦੀ ਹੈ। ਜੇ ਤੁਹਾਨੂੰ ਕੋਈ ਬੋਲੇ ਕਿ ਕੋਆਰਡੀਨੇਟ ਪਲੇਨ ਕੀ ਆ, ਤਾਂ ਵੀ ਤੁਹਾਨੂੰ ਇਹ ਚੀਜ਼ ਸਮਝਣਾ ਹੈ, ਕਿਉਂਕਿ ਇਹ ਐਕਸ ਕੋਆਰਡੀਨੇਟ ਹੈ ਅਤੇ ਅਸੀਂ ਇਹਨੂੰ ਵਾਈ ਕੋਆਰਡੀਨੇਟ ਮੰਨਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਜਾਂ ਇਹਨੂੰ ਐਕਸ ਵਾਈ ਸਮਤਲ ਪਲੇਨ ਕਹਿੰਦੇ ਹਾਂ। ਠੀਕ ਹੈ, ਅਤੇ ਜਿਹੜੀ ਐਕਸਿਸ ਨੇ ਆ ਐਕਸ ਐਕਸਿਸ ਅਤੇ ਜਿਹੜੀ ਵਾਈ ਐਕਸਿਸ ਹੈ, ਇਹਨੂੰ ਅਸੀਂ ਕੀ ਕਹਿ ਰਹੇ ਹਾਂ, ਕੋਆਰਡੀਨੇਟ ਐਕਸਿਸ ਬੋਲਦੇ ਹਾਂ। ਇਹ ਦੋਨਾਂ ਨੂੰ ਇਕੱਠੇ ਬੋਲਦੇ ਹਾਂ ਕੋਆਰਡੀਨੇਟ ਐਕਸਿਸ। ਦੇਖੋ ਜਿਵੇਂ ਕੋ ਐਜੂਕੇਸ਼ਨ ਹੈ ਨਾ, ਕੋ ਐਜੂਕੇਸ਼ਨ ਦਾ ਮਤਲਬ ਕਿ ਜਿੱਥੇ ਮੁੰਡੇ ਅਤੇ ਕੁੜੀਆਂ ਨੇ, ਦੋ ਜਣੇ ਨੇ, ਕੋ ਦਾ ਮਤਲਬ ਵੀ ਦੋ ਲਈ ਯੂਜ਼ ਹੁੰਦਾ ਹੈ। ਆਰਡੀਨੇਟ ਜਿਹੜੇ ਸਾਨੂੰ ਨਿਰਦੇਸ਼ ਦਿੰਦੇ ਨੇ, ਸਾਨੂੰ ਦੱਸਦੇ ਨੇ ਕਿਸ ਤਰੀਕੇ ਨਾਲ ਅਸੀਂ ਲੋਕੇਸ਼ਨ ਲੱਭਣੀ ਹੈ, ਤਾਂ ਕੋਆਰਡੀਨੇਟ। ਹੁਣ ਇਹ ਐਕਸ ਐਕਸਿਸ ਦਾ ਨਾਮ ਅਲੱਗ ਹੈ ਅਤੇ ਵਾਈ ਐਕਸਿਸ ਦਾ ਨਾਮ ਅਲੱਗ ਹੈ, ਉਹ ਵੀ ਆਪਾਂ ਪੜ੍ਹਦੇ ਹਾਂ ਕੀ ਨਾਮ ਹੈਗਾ। ਇੰਨੀ ਗੱਲ ਕਲੀਅਰ ਹੋ ਗਈ ਤੁਹਾਨੂੰ? ਠੀਕ ਹੈ ਜੀ, ਓਕੇ। ਚੌਥਾਈਆਂ ਵੀ ਕਲੀਅਰ ਹੋ ਗਈਆਂ ਤੁਹਾਨੂੰ? ਠੀਕ ਹੈ ਜੀ। ਐਂਟੀ ਕਲੋਕਵਾਈਜ਼ ਘੁੰਮਣਾ, ਠੀਕ ਹੈ। ਸੰਖਿਆਵਾਂ ਰੇਖਾ ਬਣਾ ਸਕਦੇ ਹਾਂ, ਠੀਕ ਹੈ। ਇਹਦੇ ਕੀ ਹੈ, 3 ਨਾਮ ਨੇ, ਓਕੇ। ਇਹ ਐਕਸ ਧੁਰਾ ਹੈ, ਇਹ ਕੀ ਹੈ, ਵਾਈ ਧੁਰਾ ਹੈ। ਠੀਕ ਹੈ, ਮੈਨੂੰ ਡਿਟੇਲ 'ਚ ਬਾਰ-ਬਾਰ ਚੈਪਟਰ ਨੂੰ ਰੀਡ ਕਰਿਓ, ਰੀਡ ਕਰਨ ਵਾਲਾ ਹੀ ਚੈਪਟਰ ਹੈ, ਸਮਝਣ ਵਾਲਾ ਚੈਪਟਰ ਹੈ। ਆਓ ਅਸੀਂ ਹੁਣ ਦੇਖੀਏ ਕਿ ਗਣਿਤ ਵਿੱਚ ਇਸ ਪ੍ਰਣਾਲੀ ਦਾ ਇੰਨਾ ਮਹੱਤਵ ਕਿਉਂ ਹੈ ਅਤੇ ਇਹ ਕਿਸ ਤਰ੍ਹਾਂ ਉਪਯੋਗੀ ਹੈ। ਅੱਗੇ ਦਿੱਤਾ ਗਿਆ ਚਿੱਤਰ ਲਓ ਜਿੱਥੇ ਧੁਰੀਆਂ ਨੂੰ ਆਲੇਖ ਕਾਗਜ਼ 'ਤੇ ਖਿੱਚਿਆ ਗਿਆ ਹੈ। ਆਓ ਅਸੀਂ ਧੁਰੀਆਂ ਤੋਂ ਬਿੰਦੂ P ਅਤੇ Q ਦੀਆਂ ਦੂਰੀਆਂ ਲੱਭੀਏ। ਇਸ ਲਈ ਐਕਸ ਧੁਰੇ 'ਤੇ ਲੰਬ PM ਅਤੇ ਵਾਈ ਧੁਰੇ 'ਤੇ ਲੰਬ PN ਸੁੱਟੋ। ਇਸ ਤਰ੍ਹਾਂ ਅਸੀਂ ਲੰਬ QR ਅਤੇ QS ਸੁੱਟਦੇ ਹਾਂ, ਜਿਵੇਂ ਕਿ ਚਿੱਤਰ 3.10 ਵਿੱਚ ਦਿਖਾਇਆ ਗਿਆ ਹੈ। ਆਇਓ, ਠੀਕ ਹੈ। ਚਿੱਤਰ 3.10 ਲੈ ਲਓ। ਆਹ ਤੁਹਾਡੇ ਕੋਲ ਕੀ ਹੈ, ਇੱਕ ਗ੍ਰਾਫ ਪੇਪਰ ਹੈ, ਠੀਕ ਹੈ ਜੀ। ਇਹਦੇ ਵਿੱਚ ਕੀ ਲਈ ਹੈ, ਐਕਸ ਐਕਸਿਸ x, x ਡੈਸ਼, ਵਾਈ ਐਕਸਿਸ y, y ਡੈਸ਼। ਠੀਕ ਹੈ ਜੀ। ਹੁਣ ਇਹਨੂੰ ਕਰਨਾ ਕਿੱਦਾਂ ਹੈ, ਕਹਿੰਦਾ ਅਸੀਂ ਦੇਖਦੇ ਹਾਂ ਐਕਸ ਧੁਰੇ 'ਤੇ ਬਿੰਦੂ P ਦੀ ਲੰਬਾਤਮਕ ਦੂਰੀ, ਜਿਸ ਨੂੰ ਐਕਸ ਧੁਰੇ ਦੀ ਧਨਾਤਮਕ ਦਿਸ਼ਾ ਵਿੱਚ ਮਾਪਿਆ ਗਿਆ ਹੈ। PN = OM 4 ਇਕਾਈਆਂ ਹੈ। ਐਕਸ ਧੁਰੇ 'ਤੇ ਬਿੰਦੂ P ਦੀ ਲੰਬਾਤਮਕ ਦੂਰੀ ਦੇਖਣੀ ਹੈ, ਵਾਈ ਧੁਰੇ ਦੇ ਉੱਤੇ, ਸੌਰੀ ਵਾਈ ਧੁਰਾ ਮੇਰੇ ਕੋਲ ਕੀ ਹੈ, ਆਹ ਵਾਲਾ ਵਾਈ ਧੁਰਾ ਹੈ। ਵਾਈ ਧੁਰੇ 'ਤੇ ਮੈਂ ਕੀ ਚੱਲਣਾ ਹੈ, ਵਾਈ ਧੁਰੇ 'ਤੇ ਬਿੰਦੂ P ਦੀ ਲੰਬਾਤਮਕ, ਦੇਖੋ ਆਹ ਵਾਈ ਧੁਰਾ ਹੈ, ਕਲੀਅਰ ਹੈ। ਇਹਦੇ ਉੱਤੇ ਕੀ ਆ, ਇੱਕ ਲੰਬ ਖਿੱਚਿਆ ਹੈ। ਉਹ ਲੰਬ ਕਿੰਨੇ ਆ, ਵਾਈ ਧੁਰੇ ਤੋਂ, ਆਹ ਵਾਈ ਧੁਰਾ ਸੀ ਨਾ, ਵਾਈ ਧੁਰੇ ਤੋਂ ਖੜ੍ਹ ਕੇ ਉੱਪਰ ਵੱਲ ਨੂੰ ਦੇਖੋ ਇੱਦਾਂ, ਠੀਕ ਹੈ। ਉੱਪਰ ਵੱਲ ਨੂੰ ਦੇਖਿਆ, ਦੂਰੀ ਲੰਬਾਤਮਕ ਦੂਰੀ, ਆਹ ਲੰਬ ਖਿੱਚਣਾ ਵਾਈ ਧੁਰੇ 'ਤੇ, ਜਿਸ ਨੂੰ ਐਕਸ ਧੁਰੇ ਦੀ ਧਨਾਤਮਕ ਦਿਸ਼ਾ ਵਿੱਚ ਮਾਪਿਆ ਗਿਆ ਹੈ। ਇਹਨੂੰ ਮਾਪਿਆ ਕਿੱਧਰ ਜਾ ਰਿਹਾ ਹੈ, ਐਕਸ ਦਿਸ਼ਾ ਦੀ ਧਨਾਤਮਕ ਵਿੱਚ ਮਾਪਿਆ ਜਾ ਰਿਹਾ ਹੈ। PN = OM 4 ਇਕਾਈ ਹੈ, ਠੀਕ ਹੈ। ਤਾਂ ਜਿਹੜਾ PN ਹੈ, ਇੱਥੇ ਪੁਆਇੰਟ P ਹੈ, ਇੱਥੇ ਕੀ ਹੈ N ਹੈ, ਇੱਥੇ ਕੀ ਹੈ M ਹੈ। ਦੈਟ ਮੀਨਸ ਇਹ ਮੇਰੇ ਕੋਲ ਕਿੰਨੀਆਂ ਨੇ, 1 2 3 4, ਠੀਕ ਹੈ ਜੀ। ਇਹ ਮੇਰੇ ਕੋਲ ਕਿੰਨੀਆਂ ਹੈ, 4 ਇਕਾਈਆਂ ਨੇ। ਦੂਜੀ ਗੱਲ, ਜਿਹੜਾ ਇੱਥੋਂ ਜੀ OM ਲੈਣਾ ਹੈ, ਜਿਹੜਾ PN ਹੈ ਨਾ, PN ਨੂੰ ਕਿਹਦੇ ਤਰੀਕੇ ਨਾਲ ਮਾਪਿਆ ਗਿਆ, OM ਨਾਲ, ਮਤਲਬ 1 2 3 4। ਇੱਥੇ ਗੱਲ ਨੂੰ ਇਹ ਸਮਝਣਾ ਹੈ, ਐਕਸ ਧੁਰੇ 'ਤੇ ਖੜ੍ਹੇ ਹੋ ਕੇ ਉੱਪਰ ਵੱਲ ਨੂੰ ਦੇਖੋ, ਲੰਬ ਖਿੱਚੋ। ਉਹ ਜਿਹੜਾ ਲੰਬ ਹੈ ਉਹਨੂੰ ਮਾਪਣਾ ਕਿਹਦੇ ਰਾਹੀਂ ਆ, ਐਕਸ ਧੁਰੇ ਦੇ ਰਾਹੀਂ। ਵਾਈ ਧੁਰੇ ਦੇ ਉੱਤੇ ਲੰਬ ਖਿੱਚ ਕੇ ਮਾਪਿਆ ਜਾਂਦਾ ਹੈ ਐਕਸ ਧੁਰੇ ਤੋਂ, ਅਤੇ ਐਕਸ ਧੁਰੇ 'ਤੇ ਲੰਬ ਖਿੱਚ ਕੇ ਮਾਪਿਆ ਜਾਣਾ ਹੈ ਵਾਈ ਧੁਰੇ ਤੋਂ। ਇੰਨੀ ਗੱਲ ਸਿੱਖਣ ਵਾਲੀ ਲੋੜ ਹੈ, ਇਹਦੇ ਵਿੱਚ ਸਮਝਣ ਵਾਲੀ ਲੋੜ ਹੈ, ਠੀਕ ਹੈ ਜੀ। ਕਲੀਅਰ ਹੋ ਗਈ ਚੀਜ਼। ਜਿਹੜਾ PN ਹੈ ਐਕਚੁਅਲੀ 'ਚ ਆ ਵੀ OM ਦੇ ਬਰਾਬਰ ਹੈ, ਇੰਨੀ ਗੱਲ ਸਮਝ ਆ ਗਈ। PN ਕਿਹਦੇ ਕੋਲ, OM ਦੇ ਬਰਾਬਰ ਹੈ, 4 ਇਕਾਈਆਂ। ਕਲੀਅਰ ਚੀਜ਼। ਅੱਗੇ, ਐਕਸ ਧੁਰੇ ਤੋਂ ਬਿੰਦੂ P ਦੀ ਲੰਬਾਤਮਕ ਦੂਰੀ, ਜਿਸ ਨੂੰ ਵਾਈ ਧੁਰੇ ਦੀ ਧਨਾਤਮਕ ਦਿਸ਼ਾ ਵਿੱਚ ਮਾਪਿਆ ਜਾਂਦਾ ਹੈ, PM ON 3 ਇਕਾਈਆਂ ਹੈ। ਕਲੀਅਰ। ਹੁਣ ਕੀ ਕਹਿਣਾ ਚਾਹ ਰਿਹਾ ਉਹ ਇਹ ਕਹਿਣਾ ਚਾਹ ਰਿਹਾ ਹੈ ਕਿ ਐਕਸ ਧੁਰੇ ਤੋਂ, ਹੁਣ ਐਕਸ ਧੁਰੇ 'ਤੇ ਕੀ ਖਿੱਚਿਆ, ਮੈਂ ਇੱਕ ਲੰਬ ਖਿੱਚਿਆ, ਉਹਦਾ ਨਾਮ ਕੀ ਆ, PM। ਉਹ ਕਿੰਨਾ ਹੈ, ਉਹ ਮਾਪਿਆ ਕਿਹੜਾ ਜਾਣਾ ਹੈ, ਵਾਈ ਧੁਰੇ ਦੀ ਧਨਾਤਮਕ ਦੇ ਵਿੱਚ। ਉਹ ਕਿੰਨਾ ਹੈ, 3 ਹੈ, ਜਿਹੜਾ ਕਿਹਦੇ ਇਕੁਅਲ ਹੈ, ON ਦੇ ਇਕੁਅਲ ਹੈ। ਜਿਹੜਾ PM ਹੈ ਉਹ ਕਿਹਦੇ ਇਕੁਅਲ ਹੈ, ON ਦੇ ਇਕੁਅਲ, ਜਿਹੜਾ ਕਿੰਨਾ ਹੈ, 3 ਇਕਾਈਆਂ ਹੈ। ਕਲੀਅਰ ਚੀਜ਼। ਮਤਲਬ ਜਿਹੜੀ ਐਕਸ ਐਕਸਿਸ 'ਤੇ ਦੂਰੀ ਹੈ ਨਾ, ਜਿਹੜੀ ਐਕਸ ਐਕਸਿਸ 'ਤੇ ਦੂਰੀ ਹੈ, ਉਹ ਅਸਲ ਦੇ ਵਿੱਚ ਵਾਈ ਦਾ ਲੰਬ ਹੁੰਦਾ ਹੈ, ਉਹ ਵਾਈ 'ਤੇ ਲੰਬ ਹੁੰਦਾ ਹੈ, ਅਤੇ ਜਿਹੜੀ ਵਾਈ ਦੀ ਦੂਰੀ ਹੈ ਨਾ, ਉਹ ਅਸਲ ਦੇ ਵਿੱਚ ਐਕਸ ਐਕਸਿਸ ਦੇ ਉੱਤੇ, ਜਿਹੜਾ ਐਕਸ ਐਕਸਿਸ 'ਤੇ ਲੰਬ ਹੈ ਨਾ, ਉਹ ਐਕਚੁਅਲੀ ਵਾਈ ਦੀ ਦੂਰੀ ਹੁੰਦੀ ਹੈ ਧਨਾਤਮਕ ਦੇ ਵਿੱਚ। ਓਕੇ, ਇੱਦਾਂ ਹੀ ਦੇਖੋ ਹੁਣ ਆਹ ਹੈ ਨੈਗੇਟਿਵ ਦੇ ਵਿੱਚ। ਹੁਣ ਮੈਂ 1 2 3 4 5 6 ਸਟੈਪ ਚੱਲਦਾ ਪਿਆ ਨਾ, ਐਕਚੁਅਲੀ ਮੈਂ ਕੀ ਲੱਭਣਾ ਚਾਹ ਰਿਹਾ, ਉਹ ਮੈਂ ਆਹ ਲੰਬ ਲੱਭਣਾ ਚਾਹ ਰਿਹਾ। ਕਲੀਅਰ ਹੈ, ਮਤਲਬ QS ਲੱਭਣਾ ਚਾਹ ਰਿਹਾ। QS ਮੈਂ ਕਿੱਦਾਂ ਲੱਭਦਾ ਪਿਆ, OR 'ਤੇ ਚੱਲ ਕੇ,
ਠੀਕ ਹੈ ਜੀ। ਮੈਂ ਉੱਪਰ ਨੂੰ ਦੇਖਿਆ, ਪਰ ਮੈਂ ਦੇਖਿਆ ਵੀ ਜਦੋਂ ਮੈਂ ਇੱਥੇ ਖੜ੍ਹ ਕੇ ਉੱਪਰ ਨੂੰ ਦੇਖਿਆ ਸੀ, ਮੈਂ ਇੱਥੋਂ ਤਾਂ ਨਾਪ ਨਹੀਂ ਸਕਿਆ। ਮੈਂ ਕੀ ਕੀਤਾ, ਚਲਾਕੀ ਵਰਤੀ, ਮੈਂ O 'ਤੇ ਆਇਆ। O ਤੋਂ ਜਿਸ ਤੱਕ ਇੱਥੇ ਤੱਕ ਬਿੰਦੂ ਸੀ ਮੇਰਾ, ਮੈਂ ਤੁਰ ਕੇ ਗਿਆ। ਠੀਕ ਹੈ ਜੀ। ਉਹ ਕਿੰਨੇ ਨਿਕਲੇ ਮੈਨੂੰ? 6 ਕਦਮ ਨਿਕਲੇ ਮੇਰੇ, ਮਤਲਬ ਮੈਂ ਕਦਮਾਂ 'ਚ ਚੱਲਦਾ ਪਿਆ। ਠੀਕ ਹੈ। ਇੱਦਾਂ ਹੀ ਐਕਸ ਤੁਰੇ ਤੋਂ ਬਿੰਦੂ Q ਦੀ ਲੰਬਾਤਮਕ ਦੂਰੀ, ਜਿਸ ਨੂੰ ਐਕਸ ਤੁਰੇ ਦੀ ਰਿਣਾਤਮਕ ਦਿਸ਼ਾ ਵਿੱਚ ਮਾਪਿਆ ਗਿਆ ਹੈ, ਉਹ R = SQ 6 ਇਕਾਈਆਂ ਨੇ। ਇੱਦਾਂ ਹੀ ਇਹਦੇ ਵਿੱਚ ਤੁਹਾਡੇ ਕੋਲ ਕੀ ਆ, 2 ਇਕਾਈਆਂ ਨੇ, ਹੈ ਨਾ। ਐਕਸ ਤੁਰੇ ਤੇ ਬਿੰਦੂ Q ਦੀ ਲੰਬਾਤਮਕ ਦੂਰੀ, ਜਿਸ ਨੂੰ Y ਤੁਰੇ ਦੀ ਰਿਣਾਤਮਕ ਦਿਸ਼ਾ ਵਿੱਚ ਮਾਪਿਆ ਗਿਆ ਹੈ, ਉਹ S = RQ 2 ਇਕਾਈਆਂ ਹੈ। ਇਹਨਾਂ ਦੂਰੀਆਂ ਦੀ ਸਹਾਇਤਾ ਨਾਲ ਅਸੀਂ ਬਿੰਦੂਆਂ ਦਾ ਨਿਰਧਾਰਨ ਕਿਸ ਤਰ੍ਹਾਂ ਕਰੀਏ ਕਿ ਕੋਈ ਉਲਝਣ ਨਾ ਰਹਿ ਜਾਵੇ। ਅਸੀਂ ਹੇਠ ਲਿਖੀਆਂ ਪਰੰਪਰਾਵਾਂ ਨੂੰ ਧਿਆਨ ਵਿੱਚ ਰੱਖ ਕੇ ਬਿੰਦੂ ਦੇ ਨਿਰਦੇਸ਼ ਅੰਕ ਲਿਖਦੇ ਹਾਂ। ਹੁਣ ਇਹੀ ਗੇਮ ਆ ਜਿਹੜੀ ਸਮਝਣੀ ਆ। ਇੱਕ ਬਿੰਦੂ ਦਾ ਐਕਸ ਨਿਰਦੇਸ਼ ਅੰਕ, ਐਕਸ ਕੋਆਰਡੀਨੇਟ, Y ਤੁਰੇ ਦੇ ਇਸ ਬਿੰਦੂ ਦੀ ਲੰਬਾਤਮਕ ਦੂਰੀ ਹੈ, ਜਿਸ ਨੂੰ ਐਕਸ ਤੁਰੇ 'ਤੇ ਮਾਪਿਆ ਜਾਂਦਾ ਹੈ। ਸਭ ਤੋਂ ਇੰਪੋਰਟੈਂਟ ਲਾਈਨਾਂ ਨਹੀਂ ਸਮਝ ਆਉਂਦੀ, ਬਾਰ-ਬਾਰ ਪੜ੍ਹ ਕੇ ਸਮਝ ਲਓ। ਇੱਕ ਬਿੰਦੂ ਦਾ ਐਕਸ ਨਿਰਦੇਸ਼ਾਂਕ Y ਤੁਰੇ ਦੇ ਇਸ ਬਿੰਦੂ ਦੀ ਲੰਬਾਤਮਕ ਦੂਰੀ ਹੈ, ਜਿਸ ਨੂੰ ਐਕਸ ਤੁਰੇ 'ਤੇ ਮਾਪਿਆ ਜਾਂਦਾ ਹੈ, ਜੋ ਕਿ ਐਕਸ ਤੁਰੇ ਦੀ ਧਨਾਤਮਕ ਦਿਸ਼ਾ ਵਿੱਚ ਧਨਾਤਮਕ ਅਤੇ ਐਕਸ ਤੁਰੇ ਦੀ ਰਿਣਾਤਮਕ ਦਿਸ਼ਾ ਵਿੱਚ ਰਿਣਾਤਮਕ ਹੁੰਦੀ ਹੈ। ਬਿੰਦੂ P ਤੇ ਲਈ ਇਹ +4 ਹੈ ਅਤੇ K ਦੇ ਲਈ -6 ਹੈ। ਐਕਸ ਨਿਰਦੇਸ਼ ਅੰਕ ਭੁਜ ਨੂੰ ਐਬਸਿਸਕਾ, ਠੀਕ ਹੈ ਜੀ, ਇਹਦਾ ਨਾਮ ਹੈ, ਬੋਲਿਆ ਜਾਂਦਾ ਹੈ। ਦੂਜੀ ਗੱਲ, ਇੱਕ ਬਿੰਦੂ ਦਾ Y ਨਿਰਦੇਸ਼ਾਂਕ, ਜਿਹੜਾ Y ਨਿਰਦੇਸ਼ਾਂਕ ਹੈ, ਐਕਸ ਤੁਰੇ ਤੋਂ ਉਸ ਦੀ ਲੰਬਾਤਮਕ ਦੂਰੀ ਹੁੰਦੀ ਹੈ। ਜੇ Y ਨਿਰਦੇਸ਼ਾਂਕ ਲੱਭਦੇ ਪਏ ਹੋ, ਐਕਚੁਅਲੀ ਇਹਦੇ ਵਿੱਚ ਕੀ ਆ, ਐਕਸ ਤੁਰੇ ਤੇ ਉਸ ਦੀ ਲੰਬਾਤਮਕ ਦੂਰੀ, ਜਿਸ ਨੂੰ Y ਤੁਰੇ 'ਤੇ ਮਾਪਿਆ ਜਾਂਦਾ ਹੈ, ਜੋ ਐਕਸ ਤੁਰੇ ਦੀ ਧਨਾਤਮਕ ਦਿਸ਼ਾ ਵਿੱਚ ਧਨਾਤਮਕ ਅਤੇ Y ਤੁਰੇ ਦੀ ਰਿਣਾਤਮਕ ਦਿਸ਼ਾ ਵਿੱਚ ਰਿਣਾਤਮਕ ਹੁੰਦੀ ਹੈ। ਬਿੰਦੂ P ਦੇ ਲਈ ਇਹ +3 ਹੈ ਅਤੇ Q ਦੇ ਲਈ -2। Y ਨਿਰਦੇਸ਼ ਅੰਕ ਨੂੰ ਕੋਆਰਡੀਨੇਟ ਕਹਿੰਦੇ ਨੇ। ਤੁਸੀਂ ਪੜ੍ਹਿਆ ਕੋਆਰਡੀਨੇਟ ਹੈ ਚੈਪਟਰ ਦਾ ਨਾਮ, ਪਰ ਐਕਸ ਐਕਸਿਸ ਦਾ ਨਾਮ ਕੁਝ ਹੋਰ ਹੈ, ਜਿਹਨੂੰ ਅਸੀਂ ਕੀ ਨਾਮ ਦਿੱਤਾ ਹੈ, ਭੁਜ, ਤੇ Y ਦਾ ਨਾਮ ਕੁਝ ਹੋਰ ਹੈ, ਉਹਦਾ ਨਾਮ ਕੀ ਆ, ਕੋਟੀ। ਠੀਕ ਹੈ। ਤੁਹਾਨੂੰ ਕੋਈ ਪੁੱਛੇ ਐਕਸ ਤੁਰੇ ਦਾ ਨਾਮ ਕੀ ਹੈ ਤੇ Y ਤੁਰੇ ਦਾ ਨਾਮ ਕੀ ਹੈ, ਦੋਨਾਂ ਦੇ ਨਾਮ ਅਲੱਗ-ਅਲੱਗ ਨੇ, ਦੋਨੋਂ ਇਕੱਠੇ ਨੂੰ ਕੀ ਬੋਲਿਆ ਜਾਂਦਾ ਹੈ, ਕੋਆਰਡੀਨੇਟ। ਓਕੇ ਜੀ। ਨਿਰਦੇਸ਼ਾਂਕ ਸਮਤਲ ਵਿੱਚ ਇੱਕ ਬਿੰਦੂ ਦੇ ਨਿਰਦੇਸ਼ਾਂਕ ਲਿਖਦੇ ਸਮੇਂ ਪਹਿਲਾਂ ਐਕਸ ਨਿਰਦੇਸ਼ ਨੂੰ ਅੰਕ ਨੂੰ ਲਿਖਦੇ ਹਾਂ, ਇਹ ਵੀ ਯਾਦ ਰੱਖਣਾ ਹਮੇਸ਼ਾ। ਪਹਿਲਾਂ ਕੀ ਆਉਂਦਾ, ਐਕਸ ਨਿਰਦੇਸ਼, ਤੇ ਉਸ ਤੋਂ ਬਾਅਦ Y ਨਿਰਦੇਸ਼ਾਂਕ ਨੂੰ ਲਿਖਦੇ ਹਾਂ। ਅਸੀਂ ਨਿਰਦੇਸ਼ਾਂਕਾਂ ਨੂੰ ਬ੍ਰੈਕਟਾਂ ਵਿੱਚ ਲਿਖਦੇ ਹਾਂ, ਜਿੱਦਾਂ 4,3 ਦਾ ਮਤਲਬ ਕਿ ਹਮੇਸ਼ਾ ਯਾਦ ਰੱਖਣਾ, ਪਹਿਲਾਂ ਐਕਸ ਆਣਾ ਫਿਰ Y ਆਣਾ। ਓਕੇ। ਇਸ ਲਈ P ਦੇ ਨਿਰਦੇਸ਼ ਅੰਕ 4,3 ਹਨ ਅਤੇ Q ਦੇ ਨਿਰਦੇਸ਼ ਅੰਕ -2, -6, -2 ਹਨ। ਧਿਆਨ ਦਿਓ ਕਿ ਸਮਤਲ ਵਿੱਚ ਇੱਕ ਬਿੰਦੂ ਦੇ ਨਿਰਦੇਸ਼ ਅੰਕ ਵਿਲੱਖਣ ਹੁੰਦੇ ਹਨ। ਇਸ ਦੇ ਅਨੁਸਾਰ ਨਿਰਦੇਸ਼ ਅੰਕ 3,4 ਅਤੇ ਨਿਰਦੇਸ਼ਾਂਕ 4,3 ਇੱਕ ਸਮਾਨ ਨਹੀਂ ਹਨ। ਗੁਣਾ ਦੇ ਵਿੱਚ 3,4 = 4,3 ਹੁੰਦਾ ਹੈ, ਪਰ ਇੱਥੇ 3,4 ਇਜ਼ ਨਾਟ ਇਕੁਅਲ ਟੂ 4,3। ਓਕੇ, ਇਹ ਸਮਝਣ ਦੀ ਲੋੜ ਆ। ਉਹਦਾ ਅਸੀਂ ਨੈਕਸਟ ਵੀਡੀਓ ਲੈਕਚਰ ਦੇਖਦੇ ਹਾਂ। ਇਹ ਵੀਡੀਓ ਲੈਕਚਰ ਦੇਖਣ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਜੇ ਤੁਹਾਨੂੰ ਕੋਈ ਕੁਐਸਚਨ ਆ, ਦਿਮਾਗ 'ਚ ਕੋਈ ਚੀਜ਼ ਪ੍ਰੋਬਲਮ ਆਉਂਦੀ ਆ, ਇਹ ਮੈਂ ਤੁਹਾਨੂੰ ਦੁਬਾਰਾ ਸਮਝਾ ਦੂੰਗਾ। ਇਹਨੂੰ ਸਿੱਖਣਾ ਬਹੁਤ ਜ਼ਰੂਰੀ ਹੈ। ਜੇ ਚੈਪਟਰ ਨਹੀਂ ਸਿੱਖਿਆ, ਤੁਸੀਂ 1+1 +2 ਦੇ 2 ਚੈਪਟਰਾਂ ਨੂੰ ਗਵਾ ਦੇਂਗੇ ਹੋ, ਅਤੇ ਤੁਹਾਨੂੰ ਕਾਫੀ ਜਿਓਗ੍ਰਾਫੀ ਵੀ ਨਹੀਂ ਸਮਝ ਆਣੀ, ਕਾਫੀ ਚੀਜ਼ਾਂ ਤੁਹਾਨੂੰ ਹੋਈਆਂ, ਇੰਜੀਨੀਅਰਿੰਗ ਜਿਹਨੇ ਕਰਨੀ ਆ ਜਾਂ ਕੋਈ ਵੀ ਜ਼ਿੰਦਗੀ ਚੀਜ਼ ਸਮਝਣੀ ਹੈ ਨਾ, ਜਿਓਮੈਟਰੀ ਸਮਝਣੀ ਆ, ਤੁਹਾਨੂੰ ਜਿਓਮੈਟਰੀ ਅੱਗੇ ਸਮਝ ਨਹੀਂ ਆਣੀ। ਇਸ ਕਰਕੇ ਇਹਨੂੰ ਪੂਰੇ ਧਿਆਨ ਨਾਲ, ਡਿਟੇਲ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਇਹ ਵੀਡੀਓ ਲੈਕਚਰ ਦੇਖਣ ਦਾ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।